ਪੱਛਮੀਕਰਨ ਅਤੇ ਸੰਸਕ੍ਰਿਤੀਕਰਨ। ਪੱਛਮੀਕਰਨ ਦਾ ਸਿਧਾਂਤ N.S. ਸ਼੍ਰੀਨਿਵਾਸ ਨੇ ਦਿੱਤਾ ਸੀ। ਸੰਸਕ੍ਰਿਤੀਕਰਨ ਦਾ ਸੰਕਲਪ ਵੀ N.S. ਸ਼੍ਰੀਨਿਵਾਸ ਨੇ ਦਿੱਤਾ ਸੀ। तो चलिए शुरू करते हैं। ਪ੍ਰਸ਼ਨ ਪਹਿਲਾ, ਉਸ ਪ੍ਰਕਿਰਿਆ ਦਾ ਨਾਂ ਦੱਸੋ ਜਿਸ ਨਾਲ ਜਾਤੀ ਪਦਕ੍ਰਮ ਵਿੱਚ ਉੱਚੀ ਸਥਿਤੀ ਪ੍ਰਾਪਤ ਹੁੰਦੀ ਹੈ। ਉੱਤਰ, ਸੰਸਕ੍ਰਿਤੀਕਰਨ। ਪ੍ਰਸ਼ਨ ਦੂਜਾ, ਉਸ ਪ੍ਰਕਿਰਿਆ ਦਾ ਨਾਂ ਦੱਸੋ ਜਿਸ ਨਾਲ ਸੱਭਿਆਚਾਰਿਕ ਪਰਿਵਰਤਨ ਹੁੰਦੇ ਹਨ। ਉੱਤਰ, ਪੱਛਮੀਕਰਨ। ਪ੍ਰਸ਼ਨ ਤੀਜਾ, ਕਿਸ ਯੁੱਗ ਨੂੰ ਪੱਛਮੀਕਰਨ ਦੀ ਸ਼ੁਰੂਆਤ ਦਾ ਸੂਚਕ ਮੰਨਿਆ ਜਾਂਦਾ ਹੈ। ਉੱਤਰ, ਬ੍ਰਿਟਿਸ਼ ਕਾਲ ਨੂੰ। ਪ੍ਰਸ਼ਨ ਚੌਥਾ, ਉਹ ਕਿਹੜੀ ਗਤੀਸ਼ੀਲ ਪ੍ਰਕਿਰਿਆ ਹੈ ਜਿਸ ਨਾਲ ਨਕਲ ਪ੍ਰਕਿਰਿਆ ਸੰਭਵ ਹੁੰਦੀ ਹੈ। ਉੱਤਰ, ਸੰਸਕ੍ਰਿਤੀਕਰਨ। ਪ੍ਰਸ਼ਨ ਪੰਜਵਾਂ, ਉਹ ਕਿਹੜੀ ਸੱਭਿਆਚਾਰਿਕ ਪ੍ਰਕਿਰਿਆ ਹੈ ਜਿਹੜੀ ਜਾਤੀ ਦੀ ਸੰਰਚਨਾ ਤੋਂ ਬਾਹਰ ਹੁੰਦੀ ਹੈ। ਉੱਤਰ, ਬ੍ਰਹਮੀਕਰਨ। ਪ੍ਰਸ਼ਨ ਛੇਵਾਂ, ਕਿਹੜੇ ਸਮੇਂ ਨੂੰ ਪੱਛਮੀਕਰਨ ਦੇ ਆਰੰਭ ਦਾ ਸੂਚਕ ਮੰਨਿਆ ਜਾਂਦਾ ਹੈ। ਉੱਤਰ, ਮੁਗਲਾਂ ਤੋਂ ਬਾਅਦ ਬ੍ਰਿਟਿਸ਼ ਕਾਲ ਤੋਂ ਪੱਛਮੀਕਰਨ ਦੀ ਸ਼ੁਰੂਆਤ ਮੰਨੀ ਜਾ ਸਕਦੀ ਹੈ। ਪ੍ਰਸ਼ਨ ਸੱਤਵਾਂ, ਪੱਛਮੀਕਰਨ ਦੀ ਪ੍ਰਕਿਰਿਆ ਦਾ ਵਾਹਕ ਕਿਸ ਨੂੰ ਮੰਨਿਆ ਜਾ ਸਕਦਾ ਹੈ। ਉੱਤਰ, ਸਿਪਾਹੀ ਅਤੇ ਹੋਰ ਲੋਕ ਜਿਹੜੇ ਉੱਚੇ ਪਦਾਂ ਉੱਤੇ ਕਾਬਜ਼ ਹਨ, ਵਪਾਰੀ ਅਤੇ ਬਾਗਾਂ ਦੇ ਮਾਲਕ, ਇਸਾਰੀ ਦੀ ਮਿਸ਼ਨਰੀ ਆਦਿ। ਬ੍ਰਾਹਮਣਵਾਦ ਦੀ ਜਗ੍ਹਾ ਸੰਸਕ੍ਰਿਤੀਕਰਨ ਸ਼ਬਦ ਦੀ ਵਰਤੋਂ ਕਿਸ ਨੇ ਕੀਤੀ ਹੈ। ਉੱਤਰ, M.N. ਸ਼੍ਰੀਨਿਵਾਸ। ਪ੍ਰਸ਼ਨ ਦਸਵਾਂ, M.N. ਸ਼੍ਰੀਨਿਵਾਸ ਦੁਆਰਾ ਪ੍ਰਬਲ ਜਾਤੀ ਦੀ ਪਛਾਣ ਕਰਵਾਉਣ ਵਾਲੇ ਕਿਸੇ ਮਾਪਦੰਡ ਬਾਰੇ ਦੱਸੋ। ਉੱਤਰ, ਵੱਧ ਜਨਸੰਖਿਆ, ਖੇਤੀ ਯੋਗ ਵੱਧ ਜ਼ਮੀਨ ਦੀ ਮਾਲਕੀਅਤ ਆਦਿ। ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪ੍ਰਸ਼ਨ ਪਹਿਲਾ, ਪੱਛਮੀਕਰਨ ਤੋਂ ਤੁਹਾਡਾ ਕੀ ਭਾਵ ਹੈ। ਉੱਤਰ, M.N. ਸ਼੍ਰੀਨਿਵਾਸ ਨੇ ਪੱਛਮੀਕਰਨ ਸ਼ਬਦ ਦੀ ਵਰਤੋਂ ਬ੍ਰਿਟਿਸ਼ ਰਾਜ ਦੌਰਾਨ ਭਾਰਤੀ ਸਮਾਜ ਅਤੇ ਸੰਸਕ੍ਰਿਤੀ ਦੇ ਵਿੱਚ ਪਾਏ ਪਰਿਵਰਤਨਾਂ ਲਈ ਕੀਤੀ। ਉਸ ਦੇ ਅਨੁਸਾਰ ਪੱਛਮੀਕਰਨ ਦੇਸ਼ ਦੀ ਸੰਸਕ੍ਰਿਤੀ, ਰਹਿਣ ਸਹਿਣ ਦੇ ਢੰਗ, ਖਾਣ ਪੀਣ ਅਤੇ ਪਹਿਰਾਵੇ ਆਦਿ ਦਾ ਪ੍ਰਭਾਵ ਨਾਲ ਭਾਰਤੀ ਲੋਕਾਂ ਦੇ ਵਿੱਚ ਬਹੁਤ ਸਾਰੇ ਪਰਿਵਰਤਨ ਆਏ। ਪ੍ਰਸ਼ਨ ਦੂਜਾ, ਕੀ ਪੱਛਮੀਕਰਨ ਸਮਾਜ ਸੁਧਾਰ ਵੱਲ ਅਗਾਂਹ ਵਧੂ ਹੈ। ਉੱਤਰ, ਜੀ ਹਾਂ, ਪੱਛਮੀਕਰਨ ਸਮਾਜਿਕ ਸੁਧਾਰ ਵੱਲ ਵਧਦਾ ਹੈ ਕਿਉਂਕਿ ਇਸ ਵਿੱਚ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਂਦਾ ਅਤੇ ਸਮਾਜ ਵਿੱਚ ਪਰਿਵਰਤਨ ਲਿਆਉਣਾ ਇਸ ਦਾ ਮੁੱਖ ਮਹੱਤਵ ਹੁੰਦਾ ਹੈ। ਪ੍ਰਸ਼ਨ ਤੀਜਾ, ਸੰਸਕ੍ਰਿਤੀਕਰਨ ਤੋਂ ਤੁਹਾਡਾ ਕੀ ਭਾਵ ਹੈ। ਉੱਤਰ, ਸੰਸਕ੍ਰਿਤੀਕਰਨ ਦੀ ਪ੍ਰਕਿਰਿਆ ਉਹ ਸਮਾਜਿਕ ਪ੍ਰਕਿਰਿਆ ਹੈ ਜਿਸ ਦੇ ਨਾਲ ਸਮੂਹਿਕ ਰੂਪ ਨਾਲ ਹੇਠਲੀ ਜਾਤੀ ਉੱਚਾ ਪਦ ਹਾਸਿਲ ਕਰਨ ਦੇ ਲਈ ਮੁੱਖ ਤੌਰ ਉੱਤੇ ਉੱਚੀ ਜਾਤੀ ਦੇ ਰੀਤੀ ਰਿਵਾਜ, ਪਰੰਪਰਾਵਾਂ ਅਤੇ ਜੀਵਨ ਨੂੰ ਅਪਣਾ ਲੈਂਦੀ ਹੈ। ਇਸ ਨਾਲ ਇੱਕ ਦੋ ਪੀੜ੍ਹੀਆਂ ਤੋਂ ਬਾਅਦ ਉਹਨਾਂ ਦੀ ਸਥਿਤੀ ਆਪਣੇ ਆਪ ਹੀ ਉੱਪਰ ਉੱਠ ਜਾਂਦੀ ਹੈ। ਪ੍ਰਸ਼ਨ ਚੌਥਾ, ਮਾਨਵਤਾਵਾਦ ਤੋਂ ਤੁਸੀਂ ਕੀ ਸਮਝਦੇ ਹੋ। ਉੱਤਰ, ਮਾਨਵਤਾਵਾਦ ਦਾ ਅਰਥ ਹੈ ਸਭ ਦਾ ਭਲਾ, ਚਾਹੇ ਉਹ ਕਿਸੇ ਵੀ ਜਾਤੀ, ਉਮਰ, ਲਿੰਗ, ਧਰਮ, ਆਰਥਿਕ ਸਥਿਤੀ ਆਦਿ ਨਾਲ ਸੰਬੰਧ ਰੱਖਦਾ ਹੋਵੇ। 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਮਾਨਵਤਾਵਾਦ ਅੰਗਰੇਜ਼ਾਂ ਦੁਆਰਾ ਲਿਆਂਦੇ ਕਈ ਸੁਧਾਰਾਂ ਦਾ ਆਧਾਰ ਬਣ ਗਿਆ। ਪ੍ਰਸ਼ਨ ਪੰਜਵਾਂ, ਉਹਨਾਂ ਪੱਧਰਾਂ ਬਾਰੇ ਦੱਸੋ ਜਿਸ ਨਾਲ ਪੱਛਮੀਕਰਨ ਰਾਹੀਂ ਪਰਿਵਰਤਨ ਆਏ। ਉੱਤਰ, ਪੱਛਮੀਕਰਨ ਦੀ ਪ੍ਰਕਿਰਿਆ ਦੇ ਨਾਲ ਕਈ ਪ੍ਰਕਾਰ ਦੇ ਪਰਿਵਰਤਨ ਆਏ ਜਿਵੇਂ ਕਿ ਜਾਤੀਗਤ ਅੰਤਰ ਘਟ ਗਏ, ਲੋਕ ਪੜ੍ਹਨ ਲਿਖਣ ਲੱਗ ਪਏ, ਲੋਕਾਂ ਦੇ ਖਾਣ ਪੀਣ ਅਤੇ ਰਹਿਣ ਸਹਿਣ ਦੇ ਤਰੀਕਿਆਂ ਵਿੱਚ ਪਰਿਵਰਤਨ ਆ ਗਏ, ਔਰਤਾਂ ਦੀ ਸਥਿਤੀ ਉੱਚੀ ਹੋ ਗਈ, ਸਮਾਜਿਕ ਸੰਸਥਾਵਾਂ ਵਿੱਚ ਪਰਿਵਰਤਨ ਆ ਗਏ। ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਪ੍ਰਸ਼ਨ ਪਹਿਲਾ, ਸੰਸਕ੍ਰਿਤੀਕਰਨ ਦੀ ਪ੍ਰਕਿਰਿਆ ਲਈ ਭਿੰਨ ਭਿੰਨ
ਪੂਰਵ ਨਿਰਧਾਰਿਤ ਧਾਰਨਾਵਾਂ ਕਿਹੜੀਆਂ-ਕਿਹੜੀਆਂ ਹਨ? ਉੱਤਰ ਸਥਿਤੀ ਪਰਿਵਰਤਨ। ਸੰਸਕ੍ਰਿਤੀਕਰਨ ਨਾਲ ਕਿਸੇ ਦੀ ਵੀ ਸਥਿਤੀ ਬਦਲ ਸਕਦੀ ਹੈ ਪਰ ਸਮਾਜ ਦੀ ਸੰਰਚਨਾ ਨਹੀਂ ਬਦਲਦੀ। ਦੂਸਰਾ ਪੁਆਇੰਟ, ਨਕਲ। ਇਸ ਪ੍ਰਕਿਰਿਆ ਵਿੱਚ ਲੋਕ ਉੱਚੀ ਜਾਤੀ ਦੀ ਨਕਲ ਕਰਦੇ ਹਨ, ਉਸੇ ਤਰ੍ਹਾਂ ਵਰਤਾਵ ਸ਼ੁਰੂ ਕਰ ਦਿੰਦੇ ਹਨ। ਤੀਸਰਾ ਪੁਆਇੰਟ, ਉੱਪਰਲੀ ਗਤੀਸ਼ੀਲਤਾ। ਲੋਕ ਜਦੋਂ ਉੱਚੀ ਜਾਤੀ ਦੀ ਜੀਵਨ ਸ਼ੈਲੀ ਅਪਣਾਉਂਦੇ ਹਨ ਤਾਂ ਕੁਝ ਪੀੜ੍ਹੀਆਂ ਬਾਅਦ ਉਹਨਾਂ ਦੀ ਸਥਿਤੀ ਵਿੱਚ ਬਦਲਾਵ ਆ ਜਾਂਦਾ ਹੈ। ਚੌਥਾ ਪੁਆਇੰਟ, ਸਮਾਜਿਕ ਸਥਿਤੀ ਬਦਲਾਵ। ਵਿਅਕਤੀ ਦੀ ਸਮਾਜਿਕ ਸਥਿਤੀ ਬਦਲ ਸਕਦੀ ਹੈ ਪਰ ਉਸ ਦੀ ਜਾਤੀ ਉਹੀ ਰਹਿੰਦੀ ਹੈ। ਪ੍ਰਸ਼ਨ ਦੂਜਾ, ਸੰਸਕ੍ਰਿਤੀਕਰਨ ਦੀ ਪ੍ਰਕਿਰਿਆ ਦੀ ਵਿਆਖਿਆ ਕਰੋ। ਉੱਤਰ ਸੰਸਕ੍ਰਿਤੀਕਰਨ ਇੱਕ ਸਮਾਜਿਕ ਪ੍ਰਕਿਰਿਆ ਹੈ ਜਿਸ ਦੇ ਜ਼ਰੀਏ ਹੇਠਲੀ ਜਾਤੀ ਉੱਚਾ ਦਰਜਾ ਪ੍ਰਾਪਤ ਕਰਨ ਲਈ ਉੱਚੀ ਜਾਤੀ ਦੀਆਂ ਰਸਮਾਂ ਰਿਵਾਜਾਂ ਅਤੇ ਜੀਵਨ ਸ਼ੈਲੀ ਨੂੰ ਅਪਣਾ ਲੈਂਦੀਆਂ ਹਨ। ਭਾਰਤੀ ਸਮਾਜਿਕ ਵਿਗਿਆਨੀ ਸ਼੍ਰੀਨਿਵਾਸ ਨੇ ਇਸ ਤਰ੍ਹਾਂ ਦੇ ਸਮਾਜਿਕ ਗਤੀਸ਼ੀਲਤਾ ਨੂੰ ਸਮਝਾਉਣ ਲਈ ਸੰਸਕ੍ਰਿਤੀਕਰਨ ਦਾ ਸੰਕਲਪ ਦਿੱਤਾ। ਪ੍ਰਸ਼ਨ ਤੀਜਾ, ਬ੍ਰਾਹਮਣਵਾਦ ਦੇ ਮੁਕਾਬਲੇ ਸੰਸਕ੍ਰਿਤੀਕਰਨ ਦੀ ਪ੍ਰਕਿਰਿਆ ਨੂੰ ਕਿਉਂ ਤਰਜੀਹ ਦਿੱਤੀ ਜਾਂਦੀ ਹੈ? ਉੱਤਰ ਸੰਸਕ੍ਰਿਤੀਕਰਨ ਨੂੰ ਬ੍ਰਹਮੀਕਰਨ ਉੱਤੇ ਤਰਜੀਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਦੀ ਪ੍ਰਕਿਰਿਆ ਵਿੱਚ ਹੇਠਲੀ ਜਾਤੀ ਸਿਰਫ ਬ੍ਰਾਹਮਣਾਂ ਦੀਆਂ ਰਸਮਾਂ ਹੀ ਨਹੀਂ ਸਿੱਖਦੀ ਬਲਕਿ ਉਹ ਆਪਣੇ ਇਲਾਕੇ ਦੀ ਕਿਸੇ ਵੀ ਉੱਚੀ ਜਾਤੀ ਦੇ ਜੀਵਨ ਦੇ ਤਰੀਕੇ ਅਪਣਾ ਸਕਦੀ ਹੈ, ਜਿਵੇਂ ਕਿ ਬ੍ਰਾਹਮਣ, ਕਸ਼ੱਤਰੀ ਅਤੇ ਵੈਸ਼। ਐਨ ਸ਼੍ਰੀਨਿਵਾਸ ਨੇ ਇਸ ਲਈ ਸੰਸਕ੍ਰਿਤੀਕਰਨ ਸ਼ਬਦ ਵਰਤਿਆ ਕਿਉਂਕਿ ਇਹ ਇੱਕ ਖੁੱਲ੍ਹਾ ਅਤੇ ਵੱਡਾ ਸੰਕਲਪ ਹੈ ਜਦਕਿ ਬ੍ਰਾਹਮੀਕਰਨ ਸਿਰਫ ਬ੍ਰਾਹਮਣਾਂ ਨਾਲ ਸੀਮਿਤ ਹੈ। ਪ੍ਰਸ਼ਨ ਚੌਥਾ, ਪੱਛਮੀਕਰਨ ਦੀ ਪ੍ਰਕਿਰਿਆ ਦੇ ਵਾਹਕ ਬਾਰੇ ਵਿਸਤਾਰਪੂਰਵਕ ਚਰਚਾ ਕਰੋ। ਉੱਤਰ ਅੰਗਰੇਜ਼ ਅਤੇ ਭਾਰਤੀ ਦੋਵੇਂ ਹੀ ਪੱਛਮੀ ਵਾਹਕ ਰਹੇ ਹਨ। ਇਹ ਪ੍ਰਕਿਰਿਆ ਅੰਗਰੇਜ਼ਾਂ ਦੇ ਭਾਰਤ ਵਿੱਚ ਰਾਜ ਕਰਨ ਦੇ ਦੌਰਾਨ ਹੋਈ ਜਿਸ ਵਿੱਚ ਭਾਰਤੀ ਸਮਾਜ ਨੇ ਅੰਗਰੇਜ਼ੀ ਰੀਤਾਂ ਰਸਮਾਂ ਨੂੰ ਜੀਵਨ ਸ਼ੈਲੀ ਨੂੰ ਅਪਣਾਇਆ। ਇਸ ਪ੍ਰਕਿਰਿਆ ਨੂੰ ਵਿਸਤਾਰ ਵਿੱਚ ਸਮਝਣ ਲਈ ਕੁਝ ਮੁੱਖ ਸਮੂਹ ਹੇਠਾਂ ਦਿੱਤੇ ਹਨ। ਅੰਗਰੇਜ਼ੀ ਸਮੂਹ। ਸਿਪਾਹੀ ਅਤੇ ਅਫਸਰ। ਇਹਨਾਂ ਅੰਗਰੇਜ਼ੀ ਅਧਿਕਾਰੀਆਂ ਨੇ ਆਪਣੀ ਉੱਚੀ ਪਦਵੀ ਅਤੇ ਰੁਤਬੇ ਨਾਲ ਪੱਛਮੀ ਰੀਤਾਂ ਨੂੰ ਪਸਾਰਨ ਵਿੱਚ ਯੋਗਦਾਨ ਪਾਇਆ। ਵਪਾਰੀ ਅਤੇ ਬਾਗਾਂ ਦੇ ਮਾਲਕ। ਇਹ ਲੋਕ ਭਾਰਤੀ ਵਪਾਰੀਆਂ ਨਾਲ ਸੰਪਰਕ ਵਿੱਚ ਰਹੇ ਅਤੇ ਆਪਣੀ ਪੱਛਮੀ ਜੀਵਨ ਸ਼ੈਲੀ ਨੂੰ ਫੈਲਾਉਣ ਵਿੱਚ ਮਦਦਗਾਰ ਸਾਬਿਤ ਹੋਏ। ਈਸਾਈ ਮਿਸ਼ਨਰੀ। ਇਹਨਾਂ ਨੇ ਧਾਰਮਿਕ ਅਤੇ ਸਿੱਖਿਆ ਦੇ ਮਾਧਿਅਮ ਨਾਲ ਪੱਛਮੀਕਰਨ ਦੀ ਪ੍ਰਕਿਰਿਆ ਨੂੰ ਬਹਾਲ ਕੀਤਾ। ਭਾਰਤੀ ਸਮੂਹ। ਸਿੱਧਾ ਸੰਪਰਕ ਰੱਖਣ ਵਾਲੇ ਭਾਰਤੀ ਜਿਹੜੇ ਅੰਗਰੇਜ਼ਾਂ ਨਾਲ ਸਿੱਧਾ ਸੰਪਰਕ ਵਿੱਚ ਰਹੇ ਉਹਨਾਂ ਨੇ ਅੰਗਰੇਜ਼ੀ ਰੀਤਾਂ ਨੂੰ ਅਪਣਾਇਆ। ਉਹਨਾਂ ਵਿੱਚੋਂ ਕੁਝ ਹਿੰਦੂ ਧਰਮ ਛੱਡ ਕੇ ਈਸਾਈ ਧਰਮ ਅਪਣਾ ਲਏ। ਅਸਿੱਧੇ ਰੂਪ ਵਿੱਚ ਸੰਪਰਕ ਰੱਖਣ ਵਾਲੇ ਭਾਰਤੀ ਇਹ ਉਹ ਲੋਕ ਸਨ ਜਿਨ੍ਹਾਂ ਨੇ ਪੱਛਮੀਕਰਨ ਸਿੱਖਿਆ ਪ੍ਰਾਪਤ ਕੀਤੀ, ਵਪਾਰ ਸ਼ੁਰੂ ਕੀਤਾ ਜਾਂ ਸਰਕਾਰੀ ਨੌਕਰੀਆਂ ਵਿੱਚ ਸ਼ਾਮਲ ਹੋਏ। ਇਸ ਤਰ੍ਹਾਂ ਅੰਗਰੇਜ਼ ਅਤੇ ਭਾਰਤੀ ਦੋਨਾਂ ਨੇ ਪੱਛਮੀਕਰਨ ਨੂੰ ਫੈਲਾਉਣ ਵਿੱਚ ਆਪਣਾ ਕਿਰਦਾਰ ਨਿਭਾਇਆ ਜਿਸ ਨਾਲ ਭਾਰਤੀ ਸਮਾਜ ਵਿੱਚ ਪੱਛਮੀ ਰਸਮ ਰਿਵਾਜ ਦਾ ਪ੍ਰਸਾਰ ਹੋਇਆ। ਪ੍ਰਸ਼ਨ ਪੰਜਵਾਂ, ਸੰਸਕ੍ਰਿਤੀਕਰਨ ਨਾਲ ਵਿਵਸਥਾ ਪਰਿਵਰਤਨ ਆਉਂਦਾ ਹੈ ਪਰੰਤੂ ਇਸ ਨਾਲ ਸੰਰਚਨਾਤਮਿਕ
ਪਰਿਵਰਤਨ ਨਹੀਂ ਹੁੰਦਾ, ਚਰਚਾ ਕਰੋ। ਉੱਤਰ, ਸੰਸਕ੍ਰਿਤੀਕਰਨ ਦੇ ਮੂਲ ਵਿੱਚ ਸਿਰਫ ਵਿਅਕਤੀ ਦੀ ਸਮਾਜਿਕ ਸਥਿਤੀ ਵਿੱਚ ਬਦਲਾਵ ਹੁੰਦਾ ਹੈ, ਪਰ ਜਾਤੀ ਦੀ ਸੰਰਚਨਾ ਬਦਲਦੀ ਨਹੀਂ। ਇਸ ਦਾ ਮਤਲਬ ਹੈ ਕਿ ਵਿਅਕਤੀ ਹੋਰ ਉੱਚੀ ਜਾਤੀ ਦੇ ਜੀਵਨ ਦੇ ਤਰੀਕੇ, ਖਾਣ ਪੀਣ ਅਤੇ ਰਸਮਾਂ ਅਪਣਾ ਸਕਦਾ ਹੈ, ਪਰ ਉਸ ਦੀ ਆਪਣੀ ਜਾਤੀ ਨਹੀਂ ਬਦਲਦੀ। ਉਹ ਵਿਅਕਤੀ ਹਮੇਸ਼ਾ ਉਸੇ ਜਾਤੀ ਵਿੱਚ ਰਹਿੰਦਾ ਹੈ ਜਿਸ ਜਾਤੀ ਵਿੱਚ ਉਸ ਦਾ ਜਨਮ ਹੋਇਆ ਸੀ। ਇਹ ਪ੍ਰਕਿਰਿਆ ਸਿਰਫ ਵਿਅਕਤੀ ਦੇ ਜੀਵਨ ਦੇ ਰਹਿਣ ਸਹਿਣ ਨੂੰ ਪ੍ਰਭਾਵਿਤ ਕਰਦੀ ਹੈ, ਪਰ ਉਸ ਦੀ ਜਾਤੀਗਤ ਸੰਰਚਨਾ ਨੂੰ ਨਹੀਂ। ਸਾਰ, ਸੰਸਕ੍ਰਿਤੀਕਰਨ ਨਾਲ ਵਿਅਕਤੀ ਦੀ ਸਮਾਜਿਕ ਸਥਿਤੀ ਵਿੱਚ ਬਦਲਾਵ ਆਉਂਦਾ ਹੈ, ਪਰ ਉਸ ਦੀ ਜਾਤੀ ਅਤੇ ਸਮਾਜਿਕ ਸੰਰਚਨਾ ਬਦਲੀ ਨਹੀਂ ਜਾ ਸਕਦੀ। ਪ੍ਰਸ਼ਨ 6ਵਾਂ, ਪੱਛਮੀਕਰਨ ਅਤੇ ਸੰਸਕ੍ਰਿਤੀਕਰਨ ਵਿੱਚ ਭਿੰਨਤਾ ਸਪਸ਼ਟ ਕਰੋ। ਉੱਤਰ, ਧਰਮ ਨਿਰਪੱਖਤਾ। ਪੱਛਮੀਕਰਨ ਵਿੱਚ ਧਰਮ ਨਿਰਪੱਖਤਾ ਦ੍ਰਿਸ਼ਟੀਕੋਣ ਹੈ, ਪਰ ਸੰਸਕ੍ਰਿਤੀਕਰਨ ਵਿੱਚ ਪਵਿੱਤਰ ਅਤੇ ਅਪਵਿੱਤਰ ਦੇ ਸਿਧਾਂਤ ਪ੍ਰਧਾਨ ਹਨ। ਦੂਸਰਾ ਪੁਆਇੰਟ, ਵਿਕਾਸ ਅਤੇ ਗਤੀਸ਼ੀਲਤਾ। ਪੱਛਮੀਕਰਨ ਦੇ ਨਾਲ ਸਿੱਧਾ ਵਿਕਾਸ ਹੁੰਦਾ ਹੈ, ਜਦਕਿ ਸੰਸਕ੍ਰਿਤੀਕਰਨ ਵਿੱਚ ਉੱਪਰ ਵਧਣ ਲਈ ਨਕਲ ਕਰਨੀ ਪੈਂਦੀ ਹੈ। ਤੀਸਰਾ ਪੁਆਇੰਟ, ਜਾਤੀ ਦਾ ਪ੍ਰਭਾਵ। ਪੱਛਮੀਕਰਨ ਜਾਤੀ ਤੋਂ ਬਾਹਰ ਕੰਮ ਕਰਦਾ ਹੈ, ਪਰ ਸੰਸਕ੍ਰਿਤੀਕਰਨ ਜਾਤੀ ਦੀ ਸਾਂਭ ਅਤੇ ਢਾਂਚੇ ਵਿੱਚ ਹੀ ਕੰਮ ਕਰਦਾ ਹੈ। ਚੌਥਾ ਪੁਆਇੰਟ, ਸਮਾਜ ਵਿੱਚ ਬਦਲਾਵ। ਪੱਛਮੀਕਰਨ ਨਾਲ ਪੂਰੇ ਸਮਾਜ ਵਿੱਚ ਬਦਲਾਵ ਹੁੰਦਾ ਹੈ, ਜਦਕਿ ਸੰਸਕ੍ਰਿਤੀਕਰਨ ਨਾਲ ਸਿਰਫ ਵਿਅਕਤੀ ਦੀ ਸਮਾਜਿਕ ਸਥਿਤੀ ਵਿੱਚ ਬਦਲਾਵ ਆਉਂਦਾ ਹੈ। ਬਹੁਤ ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ, ਪੱਛਮੀਕਰਨ ਕੀ ਹੈ? ਇਸ ਦੀ ਵਿਸ਼ੇਸ਼ਤਾ ਦੀ ਵਿਆਖਿਆ ਕਰੋ। ਉੱਤਰ, ਪੱਛਮੀਕਰਨ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਪੱਛਮੀ ਦੇਸ਼ ਦੀਆਂ ਰਿਵਾਇਤਾਂ, ਜੀਵਨ ਜਚਨ ਅਤੇ ਸਮਾਜਿਕ ਵਿਵਸਥਾਵਾਂ ਨੂੰ ਪੂਰਬੀ ਦੇਸ਼ਾਂ ਜਿਵੇਂ ਭਾਰਤ, ਸ਼੍ਰੀਲੰਕਾ ਆਦਿ ਨੇ ਅਪਣਾਇਆ ਹੈ। ਇਹ ਪ੍ਰਭਾਵ ਬ੍ਰਿਟਿਸ਼ਾਂ ਦੇ ਰਾਜ ਕਾਰਨ ਭਾਰਤ ਵਿੱਚ ਆਇਆ। ਪੱਛਮੀਕਰਨ ਦੀਆਂ ਮੁੱਖ ਵਿਸ਼ੇਸ਼ਤਾਵਾਂ। ਪਹਿਲਾ ਪੁਆਇੰਟ, ਧਰਮ ਨਿਰਪੱਖ ਪ੍ਰਕਿਰਿਆ। ਪੱਛਮੀਕਰਨ ਦਾ ਸਿੱਧਾ ਸੰਬੰਧ ਧਰਮ ਨਾਲ ਨਹੀਂ ਹੁੰਦਾ। ਇਹ ਇੱਕ ਧਰਮ ਨਿਰਪੱਖ ਪ੍ਰਕਿਰਿਆ ਹੈ ਜਿਸ ਵਿੱਚ ਆਧੁਨਿਕ ਜੀਵਨ ਜਾਂਚ ਦੇ ਤਰੀਕੇ ਅਤੇ ਵਿਦੇਸ਼ੀ ਸੰਸਕ੍ਰਿਤੀ ਨੂੰ ਅਪਣਾਇਆ ਜਾਂਦਾ ਹੈ। ਦੂਸਰਾ ਪੁਆਇੰਟ, ਸਿੱਖਿਆ ਵਿੱਚ ਤਬਦੀਲੀ। ਪੱਛਮੀਕਰਨ ਦੇ ਨਾਲ ਭਾਰਤੀ ਸਿੱਖਿਆ ਵਿਧੀਆਂ ਵਿੱਚ ਤਬਦੀਲੀ ਆਈ। ਧਾਰਮਿਕ ਸਿੱਖਿਆ ਦੀ ਥਾਂ ਵਿਗਿਆਨਿਕ ਅਤੇ ਤਰਕਾਂ ਵਾਲੀ ਸਿੱਖਿਆ ਨੇ ਲੈ ਲਈ। ਤੀਸਰਾ ਪੁਆਇੰਟ, ਸਮਾਜਿਕ ਪਰਿਵਰਤਨ। ਇਸ ਪ੍ਰਕਿਰਿਆ ਨਾਲ ਭਾਰਤੀ ਸਮਾਜ ਵਿੱਚ ਨਵੇਂ ਖਾਣ ਪੀਣ ਦੇ ਤਰੀਕੇ, ਪੁਸ਼ਾਕਾਂ, ਰਿਵਾਜ ਆਦਿ ਆਏ। ਲੋਕ ਕੁਰਸੀਆਂ 'ਤੇ ਬੈਠ ਕੇ ਖਾਣਾ ਖਾਣ ਅਤੇ ਪੱਛਮੀ ਲਿਬਾਸ ਪਹਿਨਣ ਲੱਗੇ। ਚੇਤਕ ਅਤੇ ਅਚੇਤਕ ਪ੍ਰਕਿਰਿਆ। ਪੱਛਮੀਕਰਨ ਇੱਕ ਚੇਤਕ ਅਤੇ ਅਚੇਤਕ ਤਰ੍ਹਾਂ ਦੀ ਪ੍ਰਕਿਰਿਆ ਹੈ। ਬਹੁਤ ਸਾਰੇ ਲੋਕ ਪੱਛਮੀ ਸੰਸਕ੍ਰਿਤੀ ਨੂੰ ਜਾਣ-ਬੁੱਝ ਕੇ ਅਪਣਾਉਂਦੇ ਹਨ ਅਤੇ ਕਈ ਵਾਰ ਇਹ ਪ੍ਰਭਾਵ ਆਪਣੇ ਆਪ ਹੀ ਆ ਜਾਂਦਾ ਹੈ। ਪੁਆਇੰਟ 5, ਜਟਿਲ ਪ੍ਰਕਿਰਿਆ। ਪੱਛਮੀਕਰਨ ਇੱਕ ਜਟਿਲ ਅਤੇ ਬਹੁਪੱਖੀ ਪ੍ਰਕਿਰਿਆ ਹੈ। ਇਸ ਦਾ ਪ੍ਰਭਾਵ ਜੀਵਨ ਦੇ ਹਰ ਖੇਤਰ ਉੱਤੇ ਪਿਆ ਹੈ, ਜਿਵੇਂ ਕਿ ਜਾਤ-ਪਾਤ, ਧਰਮ, ਕਲਾ, ਜੀਵਨ ਜਾਂਚ। ਨਤੀਜਾ, ਪੱਛਮੀਕਰਨ ਦੇ ਨਾਲ ਸਮਾਜ ਵਿੱਚ ਕਈ ਤਬਦੀਲੀਆਂ ਆਈਆਂ ਹਨ। ਜਿਨ੍ਹਾਂ ਨੇ ਭਾਰਤੀ ਸਮਾਜਿਕ ਜੀਵਨ ਨੂੰ ਡੂੰਘੇ ਤੌਰ 'ਤੇ ਪ੍ਰਭਾਵਿਤ ਕੀਤਾ। ਪ੍ਰਸ਼ਨ ਦੂਜਾ, ਪ੍ਰਬਲ ਜਾਤੀ ਉੱਪਰ ਵਿਸਥਾਰਪੂਰਵਕ ਨੋਟ ਲਿਖੋ। ਉੱਤਰ,
ਪ੍ਰਬਲ ਜਾਤੀ ਦਾ ਸੰਕਲਪ ਪ੍ਰਸਿੱਧ ਭਾਰਤੀ ਸਮਾਜ ਸ਼ਾਸਤਰੀ M.N. ਸ਼੍ਰੀਨਿਵਾਸ ਦੁਆਰਾ ਦਿੱਤਾ ਗਿਆ। ਸ਼੍ਰੀਨਿਵਾਸ ਨੇ ਇਹ ਸੰਕਲਪ ਨੂੰ ਪਹਿਲੀ ਵਾਰ ਆਪਣੇ ਸੰਸ਼ੋਧਨ ਦੇ ਦੌਰਾਨ ਮੈਸੂਰ ਦੇ ਨੇੜੇ ਰਾਮਪੁਰ ਪਿੰਡ ਵਿੱਚ ਵਰਤਿਆ। ਇਹ ਜਾਤੀ ਉਹ ਹੁੰਦੀ ਹੈ ਜੋ ਪਿੰਡ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪੱਖ ਤੋਂ ਬਹੁਤ ਮਜ਼ਬੂਤ ਹੁੰਦੀ ਹੈ। ਪਹਿਲਾ ਪੁਆਇੰਟ, ਪ੍ਰਬਲ ਜਾਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ। ਖੇਤੀਯੋਗ ਜ਼ਮੀਨ ਦਾ ਘਣਾ ਮਾਲਕ ਹੋਣਾ। ਜਿਹੜੀ ਜਾਤੀ ਕੋਲ ਸਭ ਤੋਂ ਵੱਧ ਖੇਤੀਯੋਗ ਜ਼ਮੀਨ ਹੁੰਦੀ ਹੈ ਉਹ ਸਮਾਜ ਵਿੱਚ ਆਪਣੀ ਮਜ਼ਬੂਤੀ ਅਤੇ ਪ੍ਰਭਾਵ ਬਣਾਈ ਰੱਖਦਾ ਹੈ। ਦੂਸਰਾ ਪੁਆਇੰਟ, ਵੱਡੀ ਜਨਸੰਖਿਆ। ਪ੍ਰਬਲ ਜਾਤੀ ਦੀ ਜਨਸੰਖਿਆ ਪਿੰਡ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਉਹਨਾਂ ਦੀ ਆਵਾਜ਼ ਅਤੇ ਹਾਲਾਤਾਂ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਹੁੰਦੀ ਹੈ। ਤੀਸਰਾ ਪੁਆਇੰਟ, ਸਥਾਨਕ ਸੰਸਥਾਵਾਂ ਵਿੱਚ ਉੱਚਾ ਸਥਾਨ। ਪ੍ਰਬਲ ਜਾਤੀ ਸਥਾਨਕ ਸੱਭਿਆਚਾਰਕ ਅਤੇ ਪ੍ਰਸ਼ਾਸਨਿਕ ਸੰਸਥਾਵਾਂ ਵਿੱਚ ਉੱਚਾ ਸਥਾਨ ਰੱਖਦੀ ਹੈ, ਜੋ ਉਸ ਦੀ ਨਿਰੰਤਰ ਰਾਜਨੀਤਿਕ ਅਤੇ ਆਰਥਿਕ ਦਬਦਬੇ ਨੂੰ ਬਣਾਈ ਰੱਖਦਾ ਹੈ। ਚੌਥਾ ਪੁਆਇੰਟ, ਪੱਛਮੀ ਸਿੱਖਿਆ। ਪੱਛਮੀ ਸਿੱਖਿਆ ਪ੍ਰਾਪਤ ਕਰਕੇ ਪ੍ਰਬਲ ਜਾਤੀ ਦੇ ਲੋਕ ਨੌਕਰੀਆਂ, ਪ੍ਰਸ਼ਾਸਨ ਅਤੇ ਹੋਰ ਆਰਥਿਕ ਸਾਧਨਾਂ 'ਤੇ ਕਾਬੂ ਪਾ ਲੈਂਦੇ ਹਨ, ਜਿਸ ਨਾਲ ਉਹਨਾਂ ਦੀ ਸੱਤਾ ਅਤੇ ਮਜ਼ਬੂਤੀ ਹੋਰ ਵੀ ਵੱਧਦੀ ਹੈ। ਪੰਜਵਾਂ ਪੁਆਇੰਟ, ਰਾਜਨੀਤਿਕ ਸੱਤਾ। ਬਹੁਤ ਵਾਰ ਪ੍ਰਬਲ ਜਾਤੀ ਦਾ ਰਾਜਨੀਤਿਕ ਦਬਾਅ ਹੁੰਦਾ ਹੈ, ਕਿਉਂਕਿ ਉਹ ਲੋਕਤੰਤਰ ਦੇ ਮਾਹੌਲ ਵਿੱਚ ਵੱਡੀ ਜਨਸੰਖਿਆ ਅਤੇ ਸੰਸਥਾਵਾਂ ਵਿੱਚ ਪ੍ਰਭਾਵ ਦੀ ਵਰਤੋਂ ਕਰਦੇ ਹਨ। ਨਤੀਜਾ, ਪ੍ਰਬਲ ਜਾਤੀ ਦੀ ਮਜ਼ਬੂਤੀ ਦੇ ਕਾਰਨ ਉਹ ਪਿੰਡ ਦੇ ਜੀਵਨ ਵਿੱਚ ਸਿਰਫ ਆਪਣੇ ਹੱਕ 'ਤੇ ਨਹੀਂ ਬਲਕਿ ਪੂਰੇ ਸਮਾਜ ਨੂੰ ਪ੍ਰਭਾਵਿਤ ਕਰਦੇ ਹਨ। ਪ੍ਰਸ਼ਨ ਤੀਜਾ, ਪੱਛਮੀਕਰਨ ਤੋਂ ਤੁਸੀਂ ਕੀ ਸਮਝਦੇ ਹੋ? ਇਸ ਦਾ ਭਾਰਤੀ ਸਮਾਜ ਉੱਪਰ ਕੀ ਪ੍ਰਭਾਵ ਪਿਆ ਹੈ? ਉੱਤਰ, ਪੱਛਮੀਕਰਨ ਦੇ ਪ੍ਰਭਾਵ ਨੇ ਭਾਰਤ ਦੇ ਸਮਾਜ, ਰਾਜਨੀਤਿਕ ਅਤੇ ਆਰਥਿਕ, ਸਿੱਖਿਆ ਅਤੇ ਕਲਾ ਵਿੱਚ ਡੂੰਘਾ ਅਤੇ ਵਿਆਪਕ ਪ੍ਰਭਾਵ ਛੱਡਿਆ। ਅੰਗਰੇਜ਼ੀ ਸਿੱਖਿਆ ਪ੍ਰਣਾਲੀ ਨੇ ਸਿਰਫ ਧਾਰਮਿਕ ਸਿੱਖਿਆ ਦੀ ਥਾਂ ਵਿਗਿਆਨਿਕ ਅਤੇ ਤਰਕਸੰਗਤ ਸਿੱਖਿਆ ਦਾ ਵਿਕਾਸ ਕੀਤਾ, ਜਿਸ ਨਾਲ ਸਮਾਜਿਕ ਚੇਤਨਾ ਵਧੀ, ਜਾਤ ਪ੍ਰਥਾ ਦੇ ਬੰਧਨ ਕਮਜ਼ੋਰ ਹੋਏ ਅਤੇ ਲੋਕ ਆਪਣੇ ਪੇਸ਼ਿਆਂ ਅਤੇ ਵਿਆਹ ਦੇ ਫੈਸਲੇ ਆਪਣੇ ਤਰੀਕੇ ਨਾਲ ਕਰਨ ਲੱਗੇ। ਔਰਤਾਂ ਨੂੰ ਸਿੱਖਿਆ ਦੇ ਨਾਲ ਸਮਾਨਤਾ ਦਾ ਮੌਕਾ ਮਿਲਿਆ, ਜਿਸ ਕਾਰਨ ਉਹ ਸੰਯੁਕਤ ਪਰਿਵਾਰ ਦੇ ਮਾਡਲ ਤੋਂ ਦੂਰ ਹੋਈਆਂ। ਵਿਆਹ ਸੰਸਥਾਵਾਂ ਵਿੱਚ ਆਏ ਬਦਲਾਵਾਂ ਦੇ ਕਾਰਨ ਬਾਲ ਵਿਆਹ ਖਤਮ ਹੋਏ, ਵਿਧਵਾ ਪੁਨਰ ਵਿਆਹ ਨੂੰ ਮਾਨਤਾ ਮਿਲੀ ਅਤੇ ਅੰਤਰਜਾਤੀ ਵਿਆਹ ਆਮ ਹੋਏ। ਰਾਜਨੀਤਿਕ ਪੱਧਰ 'ਤੇ ਅੰਗਰੇਜ਼ਾਂ ਨੇ ਇੱਕ ਨਵੀਂ ਸ਼ਾਸਨ ਪ੍ਰਣਾਲੀ ਲਿਆਂਦੀ ਜੋ ਲੋਕਤੰਤਰਿਕ ਸੀ ਅਤੇ ਜਿਸ ਨੇ ਭਾਰਤੀ ਰਾਜਨੀਤਿਕ ਏਕੀਕਰਨ ਨੂੰ ਸਿਰਜਿਆ। ਸੰਸਕ੍ਰਿਤਕ ਪੱਧਰ 'ਤੇ ਲੋਕਾਂ ਨੇ ਪੱਛਮੀਕਰਨ ਰੀਤੀ ਰਿਵਾਜ ਅਤੇ ਜੀਵਨ ਸ਼ੈਲੀ ਅਪਣਾਈ। ਆਰਥਿਕਤਾ ਵਿੱਚ ਮੰਡੀ ਪ੍ਰਣਾਲੀ, ਵਪਾਰੀਕਰਨ ਅਤੇ ਨਵੀਂ ਤਕਨੀਕ ਦੀ ਆਮਦ ਹੋਈ। ਇਸ ਤਰ੍ਹਾਂ ਪੱਛਮੀਕਰਨ ਨੇ ਭਾਰਤੀ ਸਮਾਜ ਦੇ ਕਈ ਖੇਤਰਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ। ਚੌਥਾ ਪ੍ਰਸ਼ਨ, ਸੰਸਕ੍ਰਿਤੀਕਰਨ ਤੋਂ ਤੁਹਾਡਾ ਕੀ ਭਾਵ ਹੈ? ਉੱਤਰ, ਸੰਸਕ੍ਰਿਤੀਕਰਨ ਇੱਕ ਸਮਾਜਿਕ ਪ੍ਰਕਿਰਿਆ ਹੈ ਜਿਸ ਨੂੰ ਪ੍ਰਸਿੱਧ ਭਾਰਤੀ ਸਮਾਜ ਸ਼ਾਸਤਰੀ M.N. ਸ਼੍ਰੀਨਿਵਾਸ ਨੇ ਪਹਿਚਾਣ ਦਿੱਤੀ। ਇਸ ਦੇ ਅਨੁਸਾਰ ਹੇਠਲੀਆਂ ਜਾਤਾਂ ਜਾਂ ਸਮੂਹ ਆਪਣੇ ਸਮਾਜਿਕ ਦਰਜੇ ਨੂੰ ਉੱਚ ਜਾਤਾਂ ਦੇ ਰਿਵਾਜ ਅਤੇ ਜੀਵਨ ਸ਼ੈਲੀ ਨੂੰ ਅਪਣਾ ਕੇ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਇਹ ਸਮਾਜਿਕ ਗਤੀਸ਼ੀਲਤਾ ਇੱਕ ਰਾਹਦਾਰੀ ਹੈ ਜੋ ਪ੍ਰਾਚੀਨ ਹਿੰਦੂ ਜਾਤੀ ਪ੍ਰਣਾਲੀ ਦੇ ਦਾਇਰੇ ਵਿੱਚ ਕੰਮ ਕਰਦੀ ਹੈ। ਸੰਸਕ੍ਰਿਤੀਕਰਨ ਦੇ ਮੁੱਖ ਬਿੰਦੂ। ਹੇਠਲੀਆਂ ਜਾਤਾਂ ਦੁਆਰਾ ਉੱਚ ਜਾਤਾਂ ਦੇ ਰਿਵਾਜਾਂ, ਪਰੰਪਰਾਵਾਂ ਅਤੇ ਧਾਰਮਿਕ ਕਰਮਕਾਂਡਾਂ ਨੂੰ ਅਪਣਾਉਣਾ। ਦੂਸਰਾ ਪੁਆਇੰਟ,
ਇਹ ਪ੍ਰਕਿਰਿਆ ਨਾਲ ਹੇਠਲੀਆਂ ਜਾਤਾਂ ਨੂੰ ਉੱਚ ਸਮਾਜਿਕ ਸਥਿਤੀ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ। ਪੁਆਇੰਟ ਤੀਸਰਾ, ਸੰਸਕ੍ਰਿਤੀਕਰਨ ਹਿੰਦੂ ਧਰਮ ਵਿੱਚ ਸਭ ਤੋਂ ਜ਼ਿਆਦਾ ਮਜ਼ਬੂਤ ਰਹੀ ਹੈ, ਪਰ ਇਹ ਪ੍ਰਕਿਰਿਆ ਕਈ ਹੋਰ ਸਮਾਜ ਅਤੇ ਧਰਮਾਂ ਵਿੱਚ ਵੀ ਵੇਖੀ ਗਈ ਹੈ। M.N. ਸ਼੍ਰੀਨਿਵਾਸ ਦੇ ਅਨੁਸਾਰ, ਸ਼੍ਰੀਨਿਵਾਸ ਨੇ ਸੰਸਕ੍ਰਿਤੀਕਰਨ ਦਾ ਅਰਥ ਇੱਕ ਹਿੰਦੂ ਜਾਤੀ ਜਾਂ ਸਮੂਹ ਦੁਆਰਾ ਆਪਣੇ ਜੀਵਨ ਦੇ ਰਾਹ ਚੁਣੀਆਂ ਉੱਚ ਜਾਤੀ ਦੇ ਸੰਸਕ੍ਰਿਤੀਕਰਨ ਰਵੱਈਏ ਅਤੇ ਜੀਵਨ ਸ਼ੈਲੀ ਨੂੰ ਅਪਣਾਉਣਾ ਦੱਸਿਆ।